सतगुर आयो शरण तुहारी, मिलै सुख नाम हर शोभा। चिंता लाहे हमारी, अवर न सूझै दूजी ठाहर। हार परयो तो दुआरी, लेखा छोड़ अलेखै छूटहै। हम निर्गुण लेहो उबारी, सद बख्शिंद सदा मेहरबाना। सबना दे आधारी, नानक दास संत पाछै परयो। राख लेहु एह बारी, नानक दास संत पाछै परयो। राख लेहु एह बारी। सो कहो टल गुर सेवियै, अहनिस सहज सुपाए। दर्शन परसै गुरु कै, जन्म मरण दुख जाए। दर्शन परसै गुरु कै, जन्म मरण दुख जाए। सतनाम वाहिगुरु साहिब जीओ। मारू सोलहे महला पंजवा। एक ओंकार सतगुर प्रसाद। सिमरै धरती अर आकाशा। सिमरहै चंद सूरज गुण तासा। सिमरै धरती अर आकाशा। सिमरहै चंद सूरज गुण तासा। पौन पानी बैसंतर सिमरहै। सिमरै सगल उपार्जना। सिमरहै खंड दीप सब लोआ। सिमरहै पाताल पुरिया सच सोआ। सिमरहै खाणी सिमरहै बाणी।
ਸਿਮਰਹਿ ਸਗਲੇ ਹਰਿ ਜਨਾ। ਸਿਮਰਹਿ ਬ੍ਰਹਮੇ ਬਿਸ਼ਨ ਮਹੇਸਾ। ਸਿਮਰਹਿ ਦੇਵਤੇ ਕੋਟ ਤੇਤੀਸਾ। ਸਿਮਰਹਿ ਜਖ ਦੈਤ ਸਭ ਸਿਮਰਹਿ। ਅਗਣਤ ਨ ਜਾਈ ਜਸ ਗਨਾ। ਸਿਮਰਹਿ ਪਸ ਪੰਖੀ ਸਭ ਭੂਤਾ। ਸਿਮਰਹਿ ਬਨ ਪਰਬਤ ਅਵਧੂਤਾ। ਲਤਾ ਬਲੀ ਸਾਖ ਸਭ ਸਿਮਰਹਿ। ਰਵ ਰਹਿਆ ਸੁਆਮੀ ਸਭ ਮਨਾ। ਸਿਮਰਹਿ ਪਸ ਪੰਖੀ ਸਭ ਭੂਤਾ। ਸਿਮਰਹਿ ਬਨ ਪਰਬਤ ਅਵਧੂਤਾ। ਲਤਾ ਬਲੀ ਸਾਖ ਸਭ ਸਿਮਰਹਿ। ਰਵ ਰਹਿਆ ਸੁਆਮੀ ਸਭ ਮਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਦਾਤਾਰ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ ਜੋ ਸਤਿਗੁਰਾਂ ਦੀ ਕਿਰਪਾ ਰਹਿਮਤ ਦਾ ਸਦਕਾ ਗੁਰਦੇਵ ਜੀ ਦੇ ਪਾਵਨ ਚਰਨਾਂ ਵਿੱਚ ਜੁੜ ਬੈਠੇ ਹੋ। ਬੜੇ ਹੀ ਪਿਆਰ ਨਾਲ ਗੁਰੂ ਹਜ਼ੂਰੀ ਵਿੱਚ ਬੈਠ ਕੇ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਗੁਰਬਾਣੀ ਕੀਰਤਨ ਸਰਵਨ ਕੀਤਾ ਹੈ। ਉਸ ਤੋਂ ਉਪਰੰਤ ਜੋ ਨਿੱਧਾਂ ਪ੍ਰਤੀ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਲੜੀਵਾਰ ਸ਼ਬਦ ਦੀ ਆਪਾਂ ਵਿਚਾਰ ਕਰਦੇ ਹਾਂ, ਉਸੇ ਹੀ ਲੜੀ ਤਹਿਤ ਧੰਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਤਿਨਾਂ ਦੀ ਰਸਨਾ ਤੋਂ ਮਾਰੂ ਰਾਗ ਵਿੱਚ ਗੁਰਦੇਵ ਜੀ ਨੇ ਜੋ ਪਾਵਨ ਸ਼ਬਦ ਉਚਾਰਨ ਕੀਤਾ ਹੈ, ਉਸ ਪਾਵਨ ਅੰਮ੍ਰਿਤ ਸ਼ਬਦ ਦੇ ਪਹਿਲੇ 4 ਪਦੇ ਆਪ ਜੀ ਨੇ ਹੁਣੇ ਸਰਵਨ ਕੀਤੇ ਹਨ। ਗੁਰੂ ਕਿਰਪਾ ਸਦਕਾ ਇਹਨਾਂ ਪਦਿਆਂ ਦੀ ਆਪਾਂ ਵਿਚਾਰ ਕਰਨੀ ਹੈ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਰਹਿਮਤ ਕਿਰਪਾਲਤਾ ਕੀਤੀ ਹੈ ਕਿ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਪਰਮੇਸ਼ਵਰ ਵੱਲੋਂ ਬਣਾਈ ਹੋਈ ਉਸ ਕਰਤੇ ਦੀ ਸਾਰੀ ਸ੍ਰਿਸ਼ਟੀ, ਸਾਰੇ ਜੀਵ, ਸਾਰਾ ਬ੍ਰਹਿਮੰਡ ਉਸ ਪਰਮਾਤਮਾ ਦੇ ਭਾਣੇ ਵਿੱਚ ਹੀ ਇਹ ਜਗਤ ਸੰਸਾਰ ਬਣਿਆ ਹੋਇਆ ਹੈ। ਬ੍ਰਹਿਮੰਡ ਦਾ ਹਰ ਇੱਕ ਇੱਕ ਛੋਟਾ ਵੱਡਾ ਕਣ ਖੰਡ ਜੀਵ ਜੰਤੂ
ਉਸ ਪਰਮਾਤਮਾ ਨੂੰ ਹੀ ਸਿਮਰ ਰਹੇ ਹਨ, ਚੇਤੇ ਕਰ ਰਹੇ ਹਨ। ਤੇ ਉਹ ਪਰਿਪੂਰਨ ਪਰਮਾਤਮਾ ਇਹਨਾਂ ਜੀਵਾਂ ਰਾਹੀਂ, ਇਹਨਾਂ ਖੰਡਾਂ ਬ੍ਰਹਮੰਡਾਂ ਰਾਹੀਂ ਹੀ ਪ੍ਰਗਟ ਹੋ ਰਿਹਾ ਹੈ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਪੂਰਨ ਤੌਰ ਤੇ ਕੀ ਕਿਰਪਾ ਰਹਿਮਤ ਕਰਦੇ ਹਨ। ਗੁਰੂ ਕਿਰਪਾ ਸਦਕਾ ਆਪਾਂ ਪਾਵਨ ਪਦਿਆਂ ਦੀ ਵਿਚਾਰ ਕਰਨੀ ਹੈ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ, ਪਿਆਰ ਸਹਿਤ ਉਚਾਰਨ ਕਰੋ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਫਿਰ ਉਚਾਰਨ ਕਰੋ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀਓ। ਮਾਰੂ ਸੋਲਹੇ ਮਹੱਲਾ ਪੰਜਵਾਂ। ਮਾਰੂ ਰਾਗ ਦਾ ਨਾਮ ਹੈ, ਜਿਸ ਰਾਗ ਵਿੱਚ ਸਤਿਗੁਰਾਂ ਨੇ ਇਹ ਪਾਵਨ ਸ਼ਬਦ ਗਾਇਨ ਕੀਤਾ ਹੈ, ਦਰਜ ਕੀਤਾ ਹੈ। ਸੋਲਹੇ ਤੋਂ ਭਾਵ ਹੈ ਤਕਰੀਬਨ ਇਹ ਸਾਰੇ ਸ਼ਬਦ 16 ਪਦਿਆਂ ਦੇ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਰਜ ਕੀਤੇ ਨੇ, ਜਿਸ ਕਰਕੇ ਇਹਨਾਂ ਨੂੰ ਸੋਲਹੇ ਆਖਿਆ। ਭਾਵ 16 ਪਦ ਨੇ, ਕਿਉਂਕਿ ਗੁਰਦੇਵ ਜੀ ਦੀ ਅੰਮ੍ਰਿਤ ਬਾਣੀ ਸਾਰੀ ਕਾਵਿ ਵਿੱਚ ਹੈ ਤੇ ਕਾਵਿ ਨੂੰ ਉਚਾਰਦਿਆਂ, ਕਾਵਿ ਨੂੰ ਰਚਦਿਆਂ ਸਤਿਗੁਰਾਂ ਨੇ ਕਾਵਿ ਦੇ ਨਿਯਮਾਂ ਦਾ ਵੀ ਦਾਤਾਰ ਪਿਤਾ ਮਹਾਰਾਜ ਨੇ ਖਾਸ ਧਿਆਨ ਰੱਖਿਆ ਹੈ। ਜਿਵੇਂ ਜਿਵੇਂ ਵੀ ਸਤਿਗੁਰਾਂ ਨੇ ਬਾਣੀ ਰਚੀ ਹੈ, ਜਿਸ ਜਿਸ ਰਾਗ ਵਿੱਚ ਰਚੀ ਹੈ ਉਸ ਰਾਗ ਵਿੱਚ ਹੀ ਦਰਜ ਕੀਤੀ ਹੈ। ਜਿੰਨੇ ਪਦਿਆਂ ਵਿੱਚ ਰਚੀ ਗਈ ਹੈ, ਸਤਿਗੁਰੂ ਦਾਤਾਰ ਪਿਤਾ ਮਹਾਰਾਜ ਜੀ ਬਕਾਇਦਾ ਉਸ ਸ਼ਬਦਾਂ ਦੇ ਸਿਰਲੇਖ ਹੇਠ ਉਹ ਪਦਿਆਂ ਦੇ ਬਾਬਤ ਵੀ ਦੱਸਦੇ ਹਨ। ਜਿਵੇਂ ਇੱਥੇ ਦਾਤਾਰ ਜੀ ਨੇ ਸੋਲਹੇ ਕਿਹਾ ਹੈ, ਭਾਵ ਇਹਦੇ 16 ਪਦੇ ਹਨ ਤਕਰੀਬਨ। ਕਿਤੇ ਕਿਤੇ ਸ਼ਬਦਾਂ ਵਿੱਚ 15 ਜਾਂ 17 ਵੀ ਆ ਜਾਂਦੇ ਨੇ, ਪਰ ਮੁੱਖ ਰੂਪ ਵਿੱਚ 16 ਪਦਿਆਂ ਦੇ ਹੀ ਸ਼ਬਦ ਚੱਲਦੇ ਨੇ। ਅਸ਼ਟਪਦੀਆਂ ਸੁਖਮਨੀ ਸਾਹਿਬ ਜੀ ਦੀ ਬਾਣੀ ਆਪਾਂ ਪੜ੍ਹਦੇ ਹਾਂ, ਉਹਦੇ ਵਿੱਚ ਅਸ਼ਟਪਦੀ ਸ਼ਬਦ ਆਉਂਦਾ ਹੈ। ਸ਼ਲੋਕ ਤੋਂ ਬਾਅਦ ਅਸ਼ਟਪਦੀ ਭਾਵ ਹੈ 8 ਪਦੇ ਨੇ। ਉਹ ਇੱਕ ਗੁਰਦੇਵ ਪਿਤਾ ਮਹਾਰਾਜ ਨੇ ਜੋ 8 ਪੌੜੀਆਂ ਉਚਾਰਨ ਕੀਤੀਆਂ ਨੇ, ਉਹਨਾਂ ਦੀਆਂ 8 ਪੌੜੀਆਂ ਦੇ 8 ਪਦੇ ਨੇ। ਉਹ 8 ਨੇ, ਇਸ ਕਰਕੇ ਉਹਨਾਂ ਨੂੰ ਅਸ਼ਟਪਦੀਆਂ ਕਹਿ ਦਿੱਤਿਆਂ। ਚੌਪਦੇ 4 ਪਦਿਆਂ ਵਾਲੇ ਸ਼ਬਦ ਜਿੱਥੇ ਆਉਣਗੇ ਉੱਥੇ ਸਤਿਗੁਰੂ ਜੀ ਨੇ ਨਾਲ ਚੌਪਦੇ ਲਿਖ ਦਿੱਤਾ। 2 ਪਦੇ, 1 ਪਦਾ, ਤ੍ਰਿਪਦੇ। ਇਸ ਤਰ੍ਹਾਂ ਸਤਿਗੁਰੂ ਜੀ ਦੀ ਬਾਣੀ ਵਿੱਚ ਆਪਾਂ ਇਹਨਾਂ ਸ਼ਬਦਾਂ ਦੇ ਦਰਸ਼ਨ ਕਰਾਂਗੇ। ਕਈ ਵਾਰੀ ਜਦੋਂ ਇਹ ਸ਼ਬਦ ਆਪਾਂ ਸੁਣਦੇ ਹਾਂ ਤਾਂ ਉਹ ਲੱਗਦਾ ਵੀ ਸ਼ਾਇਦ ਇਹ ਵੈਸੇ ਉਚਾਰਨ ਕੀਤੇ ਗਏ ਨੇ ਜਾਂ ਇਹਨਾਂ ਦਾ ਕੋਈ ਅਰਥ ਹੈ। ਜਦੋਂ ਅਸੀਂ ਆਪ ਦਰਸ਼ਨ ਕਰਦੇ ਹਾਂ, ਆਪ ਸਮਝਦੇ ਹਾਂ, ਤੇ ਪਤਾ ਲੱਗਦਾ ਵੀ ਇਹ ਸਾਰੇ ਸ਼ਬਦ, ਜੋ ਸ਼ਬਦ ਉਚਾਰਿਆ ਜਾ ਰਿਹਾ ਹੈ, ਉਸ ਸ਼ਬਦ ਦੇ ਮੂਲ ਨੂੰ, ਉਸ ਸ਼ਬਦ ਦੀ ਬਣਤਰ ਨੂੰ ਦਰਸਾ ਰਹੇ ਨੇ ਵੀ ਸ਼ਬਦ ਕਿਸ ਬਣਤਰ ਦਾ ਹੈ, ਕਿੰਨੇ ਪਦਿਆਂ ਦਾ ਹੈ। ਤੁਕਿਆਂ ਵਾਲੇ, ਇੱਕ ਤੁਕ ਵਾਲੇ ਵੀ ਸ਼ਬਦ ਨੇ, 2 ਤੁਕ ਵਾਲੇ ਸ਼ਬਦ ਨੇ। ਉੱਥੇ ਫਿਰ 1 ਤੁਕਾ, 2 ਤੁਕਾ, 3 ਤੁਕੇ, ਇਹ ਸ਼ਬਦ ਵੀ ਲਿਖੇ ਗਏ ਨੇ। ਸੋ ਪਦਿਆਂ ਦੀ ਤੇ ਤੁਕਾਂ ਦੀ ਗੱਲ ਕੀਤੀ ਗਈ ਹੈ। ਇੱਥੇ ਸੋਲਹੇ ਲਿਖਿਆ, ਭਾਵ 16 ਪਦਿਆਂ ਦੇ ਸ਼ਬਦ ਹਨ। ਮਹੱਲਾ ਪੰਜਵਾਂ, ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਸਤਿਗੁਰਾਂ ਨੇ ਸ਼ਬਦ ਦੇ ਆਰੰਭਤਾ ਵਿੱਚ ਮੰਗਲ ਕੀਤਾ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਇੱਕ ਹੈ।
ਤੇ ਉਹ ਸਦੀਵ ਕਾਲ ਜਗਤ ਸੰਸਾਰ ਵਿੱਚ ਸਤ ਹੈ। ਜਗਤ ਦੇ ਸੰਸਾਰ ਦੇ ਬਣਾਉਣ, ਸੰਭਾਲਣ, ਸਮੇਟਣ ਵਿੱਚ ਉਹ ਇੱਕ ਹੀ ਸ਼ਕਤੀ ਕਾਰਜ ਕਰ ਰਹੀ ਹੈ। ਗੁਰੂ ਬਖਸ਼ਿਸ਼, ਗੁਰੂ ਰਹਿਮਤ ਸਦਕਾ ਉਹਦਾ ਦੀਦਾਰ ਹੁੰਦਾ ਹੈ। ਸਤਿਗੁਰੂ ਜੀ ਸ਼ਬਦ ਦੀ ਆਰੰਭਤਾ ਕਰਦੇ ਨੇ, ਸਿਮਰੈ ਧਰਤੀ ਅਰ ਆਕਾਸਾ, ਸਿਮਰਹਿ ਚੰਦ ਸੂਰਜ ਗੁਣ ਤਾਸਾ। ਕਿ ਉਹ ਪਰਿਪੂਰਨ ਪਰਮਾਤਮਾ ਨੇ ਇਹ ਬ੍ਰਹਿਮੰਡ ਬਣਾਇਆ ਹੈ ਤੇ ਉਸ ਬ੍ਰਹਿਮੰਡ ਵਿੱਚ ਧਰਤ, ਆਕਾਸ਼, ਚੰਦ, ਸੂਰਜ ਇਹ ਸਾਰੇ ਉਸਨੇ ਥਾਪੇ ਨੇ, ਬਣਾਏ ਨੇ। ਸੋ ਜੋ ਵਸਤੂ ਕਿਸੇ ਤੋਂ ਵੀ ਬਣਦੀ ਹੈ ਉਸ ਆਪਣੇ ਰਚਨਹਾਰੇ ਦੀ ਅੰਸ਼, ਰਚਨਹਾਰੇ ਦੀ ਸੱਤਿਆ ਉਹਦੇ ਵਿੱਚ ਜ਼ਰੂਰ ਰਹਿੰਦੀ ਹੈ। ਕੋਈ ਵੀ ਵਸਤੂ ਬਣੀ ਹੈ, ਉਹ ਜਿਹਦੇ ਤੋਂ ਬਣੀ ਹੈ ਭਾਵੇਂ ਕਿਵੇਂ ਦਾ ਵੀ ਰੰਗ ਰੂਪ ਵਟਾ ਲਏ, ਪਰ ਉਹ ਜਿਸ ਮੂਲ ਤੋਂ ਬਣੀ ਹੁੰਦੀ ਹੈ ਉਸ ਮੂਲ ਤੋਂ ਉਹ ਟੁੱਟ ਨਹੀਂ ਸਕਦੀ। ਇਸ ਕਰਕੇ ਗੁਰੂ ਸਾਹਿਬ ਨੇ ਧਰਤੀ ਨੂੰ ਵੀ ਕਿਹਾ ਵੀ ਰੱਬ ਨੂੰ ਸਿਮਰ ਰਹੀ ਹੈ, ਆਕਾਸ਼ ਵੀ ਰੱਬ ਨੂੰ ਸਿਮਰ ਰਿਹਾ ਹੈ, ਚੰਦਰਮਾ ਤੇ ਸੂਰਜ ਵੀ ਰੱਬ ਨੂੰ ਸਿਮਰ ਰਹੇ ਨੇ। ਹੁਣ ਜਦੋਂ ਸਿਮਰਨ ਦੀ ਗੱਲ ਆਉਂਦੀ ਹੈ ਤਾਂ ਸਾਨੂੰ ਲੱਗਦਾ ਵੀ ਜਿਹਦੇ ਕੋਲ ਜ਼ੁਬਾਨ ਹੈ, ਰਸਨਾ ਹੈ, ਉਹ ਹੀ ਸਿਮਰ ਸਕਦਾ ਹੈ। ਕਿ ਬੋਲਣ ਤੋਂ ਬਿਨਾਂ ਜਾਂ ਮਨ ਤੋਂ ਬਿਨਾਂ, ਚੇਤੇ ਤੋਂ ਬਿਨਾਂ ਸਿਮਰਿਆ ਕਿਵੇਂ ਜਾ ਸਕਦਾ। ਸਾਡੇ ਕੋਲ ਤਾਂ ਸਰੀਰ ਹੈ, ਇਹਦੇ ਵਿੱਚ ਜ਼ੁਬਾਨ ਹੈ, ਇਹਦੇ ਵਿੱਚ ਮਨ ਹੈ, ਚਿੱਤ ਹੈ। ਅਸੀਂ ਜ਼ੁਬਾਨ ਨਾਲ ਵਾਹਿਗੁਰੂ ਕਹਿ ਸਕਦੇ ਹਾਂ, ਮਨ ਨਾਲ ਵਾਹਿਗੁਰੂ ਕਹਿ ਸਕਦੇ ਹਾਂ, ਵਾਹਿਗੁਰੂ ਨੂੰ ਆਪਣੇ ਚੇਤੇ ਵਿੱਚ, ਆਪਣੀ ਯਾਦ ਵਿੱਚ ਰੱਖ ਸਕਦੇ ਹਾਂ। ਪਰ ਗੁਰੂ ਸਾਹਿਬ ਕਹਿੰਦੇ ਨੇ ਸਿਮਰੈ ਧਰਤੀ ਅਰ ਆਕਾਸ਼ਾ। ਕਈਆਂ ਨੇ ਅਰਥ ਇਹ ਵੀ ਕਰ ਦਿੱਤੇ ਵੀ ਧਰਤੀ ਅਤੇ ਆਕਾਸ਼ ਵਿੱਚ ਰਹਿਣ ਵਾਲੇ ਲੋਕ, ਜੀ ਜੰਤੂ, ਧਰਤੀ ਤੇ ਰਹਿਣ ਵਾਲੇ ਜੀ ਜੰਤੂ ਰੱਬ ਨੂੰ ਸਿਮਰਦੇ ਨੇ, ਆਕਾਸ਼ਾਂ ਵਿੱਚ ਭਰਮਣ ਵਾਲੇ ਜੀਵ ਜੰਤੂ ਰੱਬ ਨੂੰ ਸਿਮਰਦੇ, ਚੰਦ ਸੂਰਜ ਗ੍ਰਹਿਆਂ ਦੇ ਉੱਤੇ ਰਹਿਣ ਵਾਲੇ ਜੀ ਰੱਬ ਨੂੰ ਸਿਮਰਦੇ ਨੇ। ਇਹ ਵੀ ਅਰਥ ਕਈਆਂ ਨੇ ਕੀਤੇ ਨੇ, ਪਰ ਪਰਮੇਸ਼ਵਰ ਦੇ ਪਿਆਰਿਆਂ ਨੇ ਵੀ ਅਰਥ ਕੀਤੇ ਨੇ ਵੀ ਉਹ ਧਰਤੀ ਵੀ ਉਸ ਨੂੰ ਸਿਮਰ ਰਹੀ ਹੈ, ਆਕਾਸ਼ ਵੀ ਉਸ ਨੂੰ ਸਿਮਰ ਰਿਹਾ ਹੈ, ਤੇ ਚੰਦ ਸੂਰਜ ਵੀ ਉਹਨੂੰ ਯਾਦ ਕਰ ਰਹੇ ਨੇ, ਉਹਦੇ ਨੂੰ ਚੇਤੇ ਕਰ ਰਹੇ ਨੇ। ਹੁਣ ਧਰਤੀ, ਆਕਾਸ਼ ਕਿਸ ਜ਼ੁਬਾਨ ਨਾਲ ਚੇਤੇ ਕਰਦੇ ਨੇ, ਕਿਸ ਰਸਨਾ ਨਾਲ ਜਪਦੇ ਨੇ, ਕਿਸ ਮਨ ਨਾਲ ਆਰਾਧਦੇ ਨੇ। ਜੋ ਵਸਤੂ, ਜੋ ਪਦਾਰਥ ਕਿਸੇ ਵੀ ਸ਼ੈ ਤੋਂ ਬਣਿਆ ਹੋਵੇ ਆਪਣੇ ਮੂਲ ਤੋਂ ਟੁੱਟ ਨਹੀਂ ਸਕਦਾ। ਉਹ ਮੂਲ ਦਾ ਅੰਸ਼ ਉਹਦੇ ਵਿੱਚ ਰਹਿੰਦਾ ਹੀ ਰਹਿੰਦਾ ਹੈ। ਕੋਈ ਵੀ ਵਸਤੂ ਹੈ, ਰੰਗ ਵਟਾਇਆ ਜਾ ਸਕਦਾ ਹੈ, ਰੂਪ ਬਣਾਇਆ ਜਾ ਸਕਦਾ ਹੈ, ਪਰ ਉਹਦੇ ਵਿੱਚ ਜੋ ਉਹਦਾ ਮੂਲ ਅੰਸ਼ ਹੈ ਉਹਨੂੰ ਉਹਦੇ ਤੋਂ ਮਨਫੀ ਨਹੀਂ ਕੀਤਾ ਜਾ ਸਕਦਾ। ਉਦਾਹਰਨ ਦੇ ਤੌਰ ਤੇ ਮਿੱਟੀ ਹੈ, ਮਿੱਟੀ ਨੂੰ ਗੁੰਨਿਆ ਜਾਂਦਾ ਹੈ, ਘੁਮਿਆਰ ਮਿੱਟੀ ਤੋਂ ਬਰਤਨ ਬਣਾਉਂਦਾ ਹੈ, ਘੜੇ ਬਣ ਜਾਂਦੇ ਨੇ, ਸੁਰਾਹੀਆਂ ਬਣ ਜਾਂਦੀਆਂ, ਪਿਆਲੇ ਬਣ ਜਾਂਦੇ ਨੇ, ਹੋਰ ਬਹੁਤ ਕੁਝ ਬਣ ਜਾਂਦਾ ਹੈ ਮਿੱਟੀ ਦੇ ਨਾਲ। ਪਹਿਲਾਂ ਮਿੱਟੀ ਨੂੰ ਗੁੰਨਿਆ ਜਾਂਦਾ ਹੈ, ਫਿਰ ਉਸ ਨੂੰ ਚੱਕ ਤੇ ਘੁਮਾਇਆ ਜਾਂਦਾ ਹੈ, ਫਿਰ ਉਸ ਨੂੰ ਅੱਗ ਵਿੱਚ ਤਪਾਇਆ ਜਾਂਦਾ ਹੈ ਤੇ ਉਹਦੇ ਕਈ ਰੂਪ ਪ੍ਰਗਟ ਹੋ ਜਾਂਦੇ ਨੇ। ਉਹ ਲਾਲ ਸੁਰਖ ਹੋ ਜਾਂਦੀ ਹੈ, ਉਹਨੂੰ ਰੰਗ ਵੀ ਦਿੱਤਾ ਜਾਂਦਾ ਹੈ। ਕਈ ਬਰਤਨ ਰੰਗ ਦਿੱਤੇ ਜਾਂਦੇ ਨੇ ਕਈ ਰੰਗਾਂ ਵਿੱਚ। ਹੁਣ ਜੇ ਕੋਈ ਮਿੱਟੀ ਦੇ ਬਰਤਨ ਪਏ ਹੋਇਆਂ ਨੂੰ ਦੇਖੇ ਤੇ ਕੋਈ ਪੁੱਛੇ ਵੀ ਆਹ ਕੀ ਪਿਆ, ਅਸੀਂ ਕਵਾਂਗੇ ਘੜਾ ਪਿਆ। ਆਹ ਕੀ ਪਿਆ, ਸੁਰਾਹੀ ਪਈ ਹੈ। ਜਿਵੇਂ ਜਿਵੇਂ ਦਾ ਸਾਨੂੰ ਆਕਾਰ ਦਿਸੇਗਾ ਅਸੀਂ ਕਵਾਂਗੇ ਵੀ ਪਿਆਲਾ ਪਿਆ, ਸੁਰਾਹੀ ਪਈ ਹੈ, ਘੜਾ ਪਿਆ, ਚੱਪਣੀ ਪਈ ਹੈ, ਤੌੜੀ ਪਈ ਹੈ। ਇਹ ਸਾਰੇ ਭਾਂਡੇ ਨੇ ਮਿੱਟੀ ਦੇ। ਪਰ ਸਾਡੇ ਜ਼ਿਹਨ ਵਿੱਚ ਵੀ ਇਹ ਗੱਲ ਰਹੇਗੀ ਵੀ ਇਹ ਮਿੱਟੀ ਦਾ ਘੜਾ ਹੈ। ਭਾਵੇਂ ਅਸੀਂ ਸ਼ਬਦ ਪੂਰਾ ਵਰਤੀਏ ਨਾ ਵਰਤੀਏ, ਪਰ ਪਤਾ ਹੁੰਦਾ ਵੀ ਮਿੱਟੀ ਦਾ ਘੜਾ, ਮਿੱਟੀ ਦਾ ਬਰਤਨ, ਮਿੱਟੀ ਦੀ ਚਾਟੀ, ਮਿੱਟੀ ਦੀ ਤੌੜੀ,
ਮਿੱਟੀ ਦੀ ਹੈ। ਉਹਦਾ ਰੰਗ ਬਦਲ ਗਿਆ, ਉਹਦਾ ਰੂਪ ਬਦਲ ਗਿਆ, ਉਹਦੀ ਸ਼ਕਲ ਸਭ ਕੁਝ ਬਦਲ ਗਿਆ। ਉਹ ਪੱਕ ਗਿਆ। ਹੁਣ ਮਿੱਟੀ ਨੂੰ ਧਰਤੀ ਤੋਂ ਚੁੱਕੀ ਅਸੀਂ ਕਹੀਏ ਵੀ ਮਿੱਟੀ ਤਾਂ ਭੁਰਦੀ ਹੈ, ਮਿੱਟੀ ਤਾਂ ਕਣਾਂ ਦੇ ਵਿੱਚ ਹੈ। ਤੇ ਉਸ ਮਿੱਟੀ ਦੇ ਨਾਲ ਇੱਕ ਘੁਮਿਆਰ ਨੇ ਕਿੱਡਾ ਸੋਹਣਾ ਬਰਤਨ ਬਣਾ ਦਿੱਤਾ। ਭਾਵੇਂ ਜੋ ਮਰਜ਼ੀ ਬਣ ਜਾਏ ਪਰ ਉਹ ਰਹੇਗਾ ਮਿੱਟੀ ਦਾ ਹੀ। ਮਿੱਟੀ ਉਹਦੇ ਮੂਲ ਵਿੱਚ ਬੈਠੀ ਹੈ, ਮਿੱਟੀ ਉਹਦੇ ਤੋਂ ਦੂਰ ਨਹੀਂ ਹੋ ਸਕਦੀ। ਇਸ ਕਰਕੇ ਘੜੇ ਦੇ ਨਾਲ ਮਿੱਟੀ ਸ਼ਬਦ ਜੁੜੇਗਾ, ਬਰਤਨ ਨਾਲ ਮਿੱਟੀ ਸ਼ਬਦ ਜੁੜੇਗਾ। ਉਹ ਆਪਣੇ ਮੂਲ ਤੋਂ ਟੁੱਟ ਨਹੀਂ ਸਕਦੇ, ਉਹ ਆਪਣੇ ਮੂਲ ਨਾਲ ਜੁੜੇ ਹੋਏ ਨੇ। ਮਨ ਜਦੋਂ ਵੀ ਕੋਈ ਵੇਖੇਗਾ ਉਹ ਕਹੇਗਾ ਇਹ ਮਿੱਟੀ ਦਾ ਹੈ। ਤੇ ਇਹ ਸਮਝ ਲਓ ਵੀ ਉਹ ਘੜਾ, ਉਹ ਬਰਤਨ, ਉਹ ਥਾਂ, ਉਹ ਭਾਂਡੇ ਆਪਣੇ ਮੂਲ ਨੂੰ ਚੇਤੇ ਕਰ ਰਹੇ ਨੇ, ਚੇਤੇ ਕਰਵਾ ਰਹੇ ਨੇ, ਚੇਤੇ ਕਰ ਰਹੇ ਨੇ। ਕਿਉਂਕਿ ਉਹਨਾਂ ਨੂੰ ਦੇਖ ਕੇ ਉਹਨਾਂ ਦੀ ਸ਼ਕਲ ਸੂਰਤ ਭਾਵੇਂ ਜਿਵੇਂ ਦੀ ਮਰਜ਼ੀ ਬਣ ਗਈ ਹੈ, ਪਰ ਉਹਨਾਂ ਨੂੰ ਦੇਖ ਕੇ ਉਹਨਾਂ ਦਾ ਮੂਲ ਚੇਤੇ ਆ ਰਿਹਾ, ਮਿੱਟੀ ਚੇਤੇ ਆ ਰਹੀ। ਇੱਕ ਹੋਰ ਉਦਾਹਰਨ ਲਈਏ, ਸੋਨੇ ਦੇ ਗਹਿਣੇ ਬਣਦੇ ਨੇ, ਕੰਨਾਂ ਵਿੱਚ ਪਾਉਣ ਵਾਲਾ ਗਹਿਣਾ, ਵਾਲੀਆਂ, ਹੱਥਾਂ ਵਿੱਚ ਪਾਉਣ ਵਾਲੀਆਂ ਚੂੜੀਆਂ, ਕੜੇ, ਮੁੰਦੀਆਂ, ਗਾਨੀ, ਕਈ ਜਿਵੇਂ ਜਿਵੇਂ ਦਾ ਗਹਿਣਾ ਜਿਸ ਅੰਗ ਦਾ ਹੁੰਦਾ ਉਵੇਂ ਉਹਦਾ ਦਾ ਨਾਂ ਹੁੰਦਾ। ਨੱਕ 'ਚ ਪਾਉਣ ਵਾਲਾ ਕੋਕਾ, ਇਹ ਸਾਰਾ ਕੁਝ ਕਿਹਦਾ ਹੈ? ਹੁਣ ਆਕਾਰ ਬਣ ਗਿਆ। ਵਾਲੀਆਂ ਦਾ ਵੱਖਰਾ ਆਕਾਰ ਹੈ, ਕੋਕੇ ਦਾ ਵੱਖਰਾ ਆਕਾਰ ਹੈ, ਜੰਜੀਰ ਦਾ, ਚੈਨੀ ਦਾ ਵੱਖਰਾ ਆਕਾਰ ਹੈ, ਕੜੇ, ਮੁੰਦੀਆਂ, ਚੂੜੀਆਂ, ਇਹਨਾਂ ਦਾ ਵੱਖਰਾ ਆਕਾਰ ਹੈ। ਇਹਨਾਂ ਨੂੰ ਅਸੀਂ ਵੱਖੋ ਵੱਖਰੇ ਨਾਂ ਨਾਲ ਜਾਣਾਂਗੇ ਵੀ ਆਹ ਫਲਾਣੇ ਦੀਆਂ ਵਾਲੀਆਂ ਹਨ, ਚੂੜੀਆਂ ਹਨ, ਚੈਨੀ ਹੈ, ਕੜੇ ਹਨ। ਪਰ ਉਹਦੇ ਮੂਲ ਵਿੱਚ ਸੋਨਾ ਆਏਗਾ ਹੀ ਆਏਗਾ ਵੀ ਇਹ ਸੋਨੇ ਦੇ ਹਨ। ਸੋਨੇ ਦੇ ਗਹਿਣੇ, ਮਿੱਟੀ ਦੇ ਭਾਂਡੇ, ਲੋਹੇ ਦੇ ਸ਼ਸਤਰ, ਇਹ ਅਸੀਂ ਕਹਾਂਗੇ ਕਿਉਂਕਿ ਉਹ ਉਹਨਾਂ ਦਾ ਮੂਲ ਹੈ। ਉਹ ਆਪਣੇ ਮੂਲ ਨੂੰ ਨਾਲ ਲੈ ਕੇ ਤੁਰਦੇ ਨੇ, ਉਹ ਮੂਲ ਨੂੰ ਸਦਾ ਚੇਤੇ ਵਿੱਚ ਰੱਖਦੇ, ਭਾਵੇਂ ਜਿਵੇਂ ਦਾ ਮਰਜ਼ੀ ਆਕਾਰ ਬਣਿਆ ਹੋ। ਹੁਣ ਕੋਈ ਇਹ ਆਖੇ ਵੀ ਨਹੀਂ ਇਹ ਵਾਲੀਆਂ ਨੇ ਜੀ, ਸੋਨੇ ਦੀਆਂ ਕਿਉਂ ਆਉਂਦੀਆਂ? ਸੋਨਾ ਤੇ ਕਹਿਣਾ ਹੀ ਪਏਗਾ ਨਾ, ਕਿਉਂਕਿ ਉਹ ਸੋਨੇ ਦੀਆਂ ਹਨ ਜੀ। ਲੋਹੇ ਦੇ ਸ਼ਸਤਰ ਬਣਦੇ ਨੇ, ਕਿਰਪਾਨ ਬਣਦੀ ਹੈ, ਬਰਛੀ ਬਣਦੀ ਹੈ, ਨੇਜਾ ਬਣਦਾ ਹੈ, ਹੋਰ ਕਈ ਔਜ਼ਾਰ ਅਸੀਂ ਘਰਾਂ ਵਿੱਚ ਵਰਤਦੇ ਹਾਂ, ਉਹ ਲੋਹੇ ਦੇ ਬਣਦੇ ਨੇ। ਪਰ ਸਾਨੂੰ ਕਹਿਣਾ ਪੈਂਦਾ ਇਹ ਕਿਰਪਾਨ ਹੈ, ਇਹ ਬਰਛੀ ਹੈ, ਇਹ ਭਾਲਾ ਹੈ, ਇਹ ਕੁਹਾੜੀ ਹੈ, ਇਹ ਖੰਜਰ ਹੈ। ਪਰ ਕਿਹਦੇ ਨੇ? ਲੋਹੇ ਦੇ ਨੇ, ਲੋਹੇ ਦੇ ਬਣੇ ਹੋਏ ਨੇ। ਲੋਹਾ ਉਹਨਾਂ ਦੇ ਮੂਲ ਵਿੱਚ ਬੈਠਾ ਹੋਇਆ। ਲੱਕੜ ਦੀਆਂ ਕਿੰਨੀਆਂ ਕੁ ਚੀਜ਼ਾਂ ਸਾਡੇ ਘਰਾਂ ਵਿੱਚ ਬਣੀਆਂ ਹੋਈਆਂ, ਘਰ ਬਣੇ ਹੋਏ ਨੇ, ਡਾਈਨਿੰਗ ਟੇਬਲ ਬਣੇ ਹੋਏ ਨੇ, ਕੁਰਸੀਆਂ ਬਣੀਆਂ ਹੋਈਆਂ, ਹੋਰ ਅਨੇਕਾਂ ਤਰ੍ਹਾਂ ਦਾ ਫਰਨੀਚਰ ਲੱਕੜ ਦਾ ਬਣਦਾ ਹੈ। ਤੇ ਉਹਦਾ ਨਾਂ ਵੱਖੋ ਵੱਖਰਾ ਸੀ ਰੱਖਿਆ, ਪਰ ਕਹਿਣਾ ਪੈਂਦਾ ਕਾਹਦਾ ਜੀ? ਲੱਕੜ ਦਾ। ਲੱਕੜ ਉਹਦੇ ਮੂਲ ਵਿੱਚ ਹੈ। ਲੱਕੜ ਨੂੰ ਉਹ ਚੀਜ਼ਾਂ ਯਾਦ ਵਿਸਾਰ ਹੀ ਨਹੀਂ ਸਕਦੀਆਂ, ਲੱਕੜ ਵਿਸਰ ਹੀ ਨਹੀਂ ਸਕਦੀ, ਕਿਉਂਕਿ ਬਣੇ ਹੋਏ ਲੱਕੜ ਦੇ। ਕਹੀਏ ਭਾਵੇਂ ਨਾ ਕਹੀਏ, ਪਰ ਉਹ ਚਿੱਤ ਵਿੱਚ ਬਣੇ ਹੋਏ ਨੇ, ਬੈਠੇ ਹੋਏ ਨੇ। ਤੇ ਸਮਝੋ ਉਹ ਬਣੀਆਂ ਹੋਈਆਂ ਚੀਜ਼ਾਂ ਆਪਣੇ ਮੂਲ ਨੂੰ ਬਿਨਾਂ ਜ਼ੁਬਾਨ ਤੋਂ, ਬਿਨਾਂ ਮਨ ਤੋਂ, ਬਿਨਾਂ ਅੱਖੀਆਂ ਤੋਂ ਵੀ ਦੇਖ ਰਹੀਆਂ ਨੇ, ਜਪ ਰਹੀਆਂ ਨੇ, ਚੇਤੇ ਕਰ ਰਹੀਆਂ ਨੇ, ਕਿਉਂਕਿ ਉਹਨਾਂ ਦਾ ਮੂਲ ਹੈ। ਆਪਣੇ ਮੂਲ ਤੋਂ ਕੋਈ ਵਸਤੂ ਟੁੱਟ ਹੀ ਨਹੀਂ ਸਕਦੀ, ਕਦੀ ਨਹੀਂ ਟੁੱਟ ਸਕਦੀ। ਤੇ ਗੁਰੂ ਸਾਹਿਬ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਕਿਰਪਾ ਅੱਜ ਕੀਤੀ। ਕਹਿੰਦੇ ਧਰਤੀ ਉਸ ਨੂੰ ਸਿਮਰ ਰਹੀ ਹੈ। ਕਿਵੇਂ ਸਿਮਰ ਰਹੀ ਹੈ? ਜਿਵੇਂ ਘੜਾ ਮਿੱਟੀ ਨੂੰ ਸਿਮਰਦਾ ਹੈ, ਗਹਿਣੇ ਸੋਨੇ ਨੂੰ ਸਿਮਰਦੇ ਨੇ, ਲੱਕੜ ਦੇ ਬਣੇ ਹੋਏ ਪਦਾਰਥ ਲੱਕੜ ਨੂੰ ਸਿਮਰਦੇ ਨੇ, ਲੋਹੇ ਦੇ ਪਦਾਰਥ ਲੋਹੇ ਨੂੰ ਸਿਮਰਦੇ ਨੇ। ਇਉਂ ਇਹ ਸਾਰੀ ਸ੍ਰਿਸ਼ਟੀ, ਇਹ ਕਾਇਨਾਤ ਪਰਮਾਤਮਾ ਦੇ ਵਜੂਦ ਤੋਂ ਬਣੀ ਹੈ, ਉਹਦੀ ਸੱਤਿਆ ਤੋਂ ਬਣੀ ਹੈ, ਤੇ ਉਸ ਤੋਂ ਬਣੀ ਹੋਣ ਕਰਕੇ ਉਹਨੂੰ ਸਿਮਰ ਹੀ ਰਹੀ ਹੈ। ਉਹਦੇ ਚੇਤੇ ਤੋਂ ਬਿਨਾਂ, ਉਹਦੀ ਯਾਦ ਤੋਂ ਬਿਨਾਂ ਰਹਿ ਨਹੀਂ ਸਕਦੀ। ਸਿਮਰੈ ਧਰਤੀ ਅਰ ਆਕਾਸ਼ਾ,
ਗੁਰੂ ਸਾਹਿਬ ਜੀ ਕਹਿੰਦੇ ਧਰਤੀ ਵੀ ਸਿਮਰਦੀ ਪਈ ਹੈ। ਧਰਤੀ ਉੱਤੇ ਰਹਿਣ ਵਾਲੇ ਨਿੱਕੇ ਵੱਡੇ ਜੀਵ ਸਾਰੇ ਉਹਨੂੰ ਪਰਮਾਤਮਾ ਨੂੰ ਸਿਮਰ ਰਹੇ ਨੇ, ਕਿਉਂਕਿ ਸਾਰਿਆਂ ਦੇ ਵਜੂਦ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਸੱਤਿਆ ਬੈਠੀ ਹੋਈ ਹੈ। ਪਰਮੇਸ਼ਵਰ ਬੈਠਾ ਹੋਇਆ ਤਾਂ ਹੀ ਸਾਰੇ ਜਪ ਰਹੇ ਨੇ, ਆਰਾਧ ਰਹੇ ਨੇ, ਉਹਦੇ ਬਣਾਏ ਹੋਏ ਨੇ। ਆਪਣੇ ਮੂਲ ਤੋਂ ਕਿਵੇਂ ਕੋਈ ਭੁੱਲ ਸਕਦਾ ਹੈ? ਕੋਈ ਬੱਚਾ ਮਾਂ ਬਾਪ ਦੇ ਰਾਹੀਂ ਜਗਤ ਸੰਸਾਰ ਨੂੰ ਦੇਖਦਾ ਹੈ ਤੇ ਬੱਚੇ ਦੀ ਸੂਰਤ ਵੇਖ ਕਰਕੇ, ਬੱਚੇ ਦੇ ਚਰਿੱਤਰ ਨੂੰ ਵੇਖ ਕਰਕੇ, ਉਹਦੇ ਵਿਵਹਾਰ ਨੂੰ ਵੇਖ ਕਰਕੇ ਉਹਦਾ ਬਾਪ ਚੇਤੇ ਨਹੀਂ ਆਉਂਦਾ, ਮਾਂ ਚੇਤੇ ਨਹੀਂ ਆਉਂਦੀ, ਵੱਡੇ ਵਡੇਰੇ ਚੇਤੇ ਨਹੀਂ ਆਉਂਦੇ। ਸਿਆਣੇ ਕਹਿੰਦੇ ਨੇ ਵੀ ਜੋ ਵੀ ਬੱਚਾ ਜਨਮ ਲੈਂਦਾ ਹੈ ਉਹ ਆਪਣੇ ਅੰਸ਼ ਵਿੱਚੋਂ, ਆਪਣੀ ਵੰਸ਼ ਵਿੱਚੋਂ ਹੀ ਕਿਸੇ ਨਾ ਕਿਸੇ ਵਡੇਰੇ ਦੇ, ਆਪਣੇ ਬਾਪ ਦਾਦੇ ਜਾਂ ਪੜਦਾਦੇ ਜਾਂ ਲੱਕੜ ਦਾਦੇ ਤੱਕ ਉਹਦੇ ਅੰਸ਼ਾਂ ਨੂੰ ਲੈ ਕੇ ਜਨਮ ਲੈਂਦਾ ਹੈ। ਉਹਨਾਂ ਵਰਗਾ ਜ਼ਰੂਰ ਕੋਈ ਨਾ ਕੋਈ ਗੁਣ ਔਗਣ ਉਹਦੇ ਜੀਵਨ ਦੇ ਵਿੱਚ ਹੋਏਗਾ ਹੀ ਹੋਏਗਾ, ਭਾਵੇਂ ਉਹਨੇ ਵੇਖੇ ਨੇ ਭਾਵੇਂ ਨਹੀਂ ਵੇਖੇ। ਕਾਰਨ ਕੀ ਹੈ? ਕਿਉਂਕਿ ਉਹ ਉਸੇ ਅੰਸ਼ ਦਾ ਮੂਲ ਹੈ, ਤੱਤ ਹੈ, ਉਸ ਮੂਲ ਦਾ ਉਹ ਇੱਕ ਕਣ ਹੈ। ਇਸ ਕਰਕੇ ਉਹ ਆਪਣਿਆਂ ਤੋਂ ਬਿਨਾਂ ਰਹਿ ਨਹੀਂ ਸਕਦਾ। ਉਹਦੇ ਰਾਹੀਂ ਉਹਦੇ ਵਡੇਰੇ ਚੇਤੇ ਆਉਣਗੇ ਹੀ ਆਉਣਗੇ, ਉਹਨੂੰ ਵੇਖ ਕੇ ਉਹਦੇ ਵੱਡੇ ਚੇਤੇ ਆਉਣਗੇ ਹੀ ਆਉਣਗੇ। ਪੁੱਤ ਨੂੰ ਵੇਖ ਕੇ ਉਹਦਾ ਬਾਪ ਚੇਤੇ ਆਉਂਦਾ ਹੀ ਆਉਂਦਾ ਹੈ, ਧੀ ਨੂੰ ਵੇਖ ਕੇ ਉਹਦੀ ਮਾਂ ਚੇਤੇ ਆਉਂਦੀ ਹੀ ਆਉਂਦੀ ਹੈ। ਤੇ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਬਸ ਇਸੇ ਤਰ੍ਹਾਂ ਹੈ ਜਦੋਂ ਅਸੀਂ ਧਰਤੀ ਨੂੰ ਵੇਖਦੇ ਹਾਂ ਵੀ ਧਰਤੀ ਹਰ ਵਕਤ, ਇੱਕ ਖਿਣ ਐਸਾ ਨਹੀਂ ਵੀ ਜਦੋਂ ਧਰਤੀ ਖਲੋਤੀ ਹੋਵੇ। ਕੈਸੀ ਮਾਲਕ ਦੀ ਕਿਰਪਾ ਹੈ, ਕੈਸੀ ਪਰਮੇਸ਼ਵਰ ਦੀ ਰਜ਼ਾ ਹੈ ਕਿ ਜਦੋਂ ਦੇ ਇਹ ਸੰਸਾਰ, ਇਹ ਬ੍ਰਹਿਮੰਡ, ਇਹ ਖੰਡ ਬਣੇ ਨੇ, ਇੱਕ ਖਿਣ ਐਸਾ ਨਹੀਂ ਵੀ ਜਦੋਂ ਰੁਕੇ ਹੋਣ। ਇੱਕ ਖਿਣ ਵੀ ਅਸੀਂ ਥੱਕ ਜਾਂਦੇ ਹਾਂ, ਕੰਮ ਕਰਦੇ ਹਾਂ, ਆਰਾਮ ਕਰਦੇ ਹਾਂ, ਸੌਂਦੇ ਹਾਂ, ਬੈਠਦੇ ਹਾਂ, ਫਿਰ ਕਾਰਜ ਕਰਦੇ ਹਾਂ। ਸਾਡੇ ਅੰਦਰ ਦੀ ਤਾਕਤ, ਊਰਜਾ ਮੁੱਕਦੀ ਹੈ। ਭੋਜਨ ਛਕ ਕੇ, ਆਰਾਮ ਕਰਕੇ ਫਿਰ ਅਸੀਂ ਤਰੋ ਤਾਜ਼ਾ ਹੁੰਦੇ ਹਾਂ, ਫਿਰ ਕਾਰਜ ਕਰਦੇ ਹਾਂ। ਪਰ ਗੁਰੂ ਸਾਹਿਬ ਜੀ ਕਹਿੰਦੇ ਵੇਖੋ, ਅਕਾਲ ਪੁਰਖ ਵਾਹਿਗੁਰੂ ਜੀ ਨੇ ਜੋ ਇਹ ਜੀਵਾਂ ਦਾ ਰਹਿਣ ਬਸੇਰਾ ਇਹ ਧਰਤੀ ਬਣਾਈ ਹੈ, ਇੱਕ ਦਿਨ ਤਾਂ ਛੱਡੋ, ਇੱਕ ਪਲ, ਇੱਕ ਨਿਮਖ ਵੀ ਇਹ ਖਲੋਂਦੀ ਨਹੀਂ। ਨਿਰੰਤਰ ਹੈ ਇਹਦਾ ਚੱਕਰ, ਨਿਰੰਤਰ ਚੱਲ ਰਿਹਾ ਹੈ, ਕਿਉਂਕਿ ਇਹਦੇ ਚੱਲਣ ਕਰਕੇ ਹੀ ਜੀਵਨ ਚੱਲ ਰਿਹਾ। ਇਹ ਉਹ ਚੱਕਰ ਹੈ, ਉਹ ਧੁਰਾ ਹੈ ਜਿਹਦੇ ਦੁਆਲੇ ਅਸੀਂ ਘੁੰਮ ਰਹੇ ਹਾਂ, ਜਿਹਦੇ ਕਰਕੇ ਸਾਡਾ ਜੀਵਨ ਹੈ। ਤੇ ਉਹ ਧਰਤੀ ਦਾ ਜੀਵਨ ਇਸ ਕਰਕੇ ਹੈ ਕਿ ਉਹਦੇ ਪਿੱਛੇ ਕੋਈ ਨਿਸ਼ਚਲ ਸ਼ਕਤੀ ਕੰਮ ਕਰ ਰਹੀ ਹੈ, ਸਥਿਰ ਸ਼ਕਤੀ ਕੋਈ ਕੰਮ ਕਰ ਰਹੀ ਹੈ। ਉਹ ਸਥਿਰ ਦੇ ਦੁਆਲੇ ਘੁੰਮ ਰਹੀ ਹੈ, ਉਹ ਨਿਸ਼ਚਲ ਧੁਰੇ ਦੇ ਦੁਆਲੇ ਘੁੰਮ ਰਹੀ ਹੈ। ਧੁਰਾ ਅਡੋਲ ਹੁੰਦਾ ਹੈ, ਧੁਰਾ ਨਿਸ਼ਚਲ ਹੁੰਦਾ ਹੈ, ਪਰ ਉਹਦੇ ਦੁਆਲੇ ਉਹ ਚੱਕਰ ਘੁੰਮਦਾ ਹੈ। ਕਹਿੰਦੇ ਧਰਤੀ ਇਸ ਤਰ੍ਹਾਂ ਉਸ ਨਿਸ਼ਚਲ ਦੇ ਦੁਆਲੇ ਘੁੰਮਦੀ ਹੈ ਤੇ ਉਹ ਦਿਨ ਰਾਤ ਚੱਲ ਰਹੀ ਹੈ। ਦਿਨ ਰਾਤ ਵੀ ਤਾਂ ਉਹਦੇ ਕਰਕੇ ਬਣਦੇ ਨਾ। ਧਰਤੀ ਘੁੰਮਦੀ ਹੈ, ਧਰਤੀ ਤੇ ਇੱਕ ਖਿੱਤੇ ਤੇ ਦਿਨ ਚੜ੍ਹਿਆ, ਇੱਕ ਖਿੱਤੇ ਤੇ ਰਾਤ ਪਈ ਹੈ। ਕਿਸੇ ਖਿੱਤੇ ਤੇ ਕੈਸਾ ਸਮਾਂ, ਕਿਸੇ ਖਿੱਤੇ ਤੇ ਕੈਸਾ ਸਮਾਂ। ਧਰਤੀ ਤੇ ਕਿਸੇ ਕੋਨੇ ਤੇ ਕੈਸਾ ਮੌਸਮ ਹੈ, ਕਿਸੇ ਤੇ ਕੈਸਾ ਮੌਸਮ ਹੈ, ਕਿਉਂਕਿ ਉਹਦਾ ਚੱਕਰ ਹੀ ਏਡਾ ਵੱਡਾ ਹੈ, ਨਿਰੰਤਰ ਚੱਲਦੀ ਹੈ। ਇੱਕ ਖਿਣ ਵੀ ਤਬਦੀਲ ਨਹੀਂ ਹੁੰਦੀ, ਉਹਦੀ ਗਤੀ ਵਿੱਚ ਰਤੀ ਮਾਤਰ ਵੀ ਪਰਿਵਰਤਨ ਨਹੀਂ ਹੁੰਦਾ, ਜਿਹਦੇ ਕਰਕੇ ਇਹ ਸਾਰੀ ਸ੍ਰਿਸ਼ਟੀ ਕਾਇਨਾਤ ਦਾ ਜੀਵਨ ਚੱਲ ਰਿਹਾ ਤੇ ਉਹਨੂੰ ਸਿਮਰ ਹੀ ਰਹੀ ਹੈ। ਜੇ ਆਪਣੇ ਫਰਜ਼ ਪ੍ਰਤੀ ਉਹ ਸੁਚੇਤ ਹੈ, ਆਪਣੇ ਧਰਮ ਪ੍ਰਤੀ ਉਹ ਸੁਚੇਤ ਹੈ, ਆਪਣੇ ਕਾਰਜ ਪ੍ਰਤੀ ਉਹ ਸੁਚੇਤ ਹੈ, ਤੇ ਉਹਨੂੰ ਸਿਮਰ ਹੀ ਰਹੀ ਹੈ। ਜੇ ਉਹ ਆਪਣੇ ਧਰਮ ਪ੍ਰਤੀ, ਆਪਣੇ ਪ੍ਰਮਾਤਮਾ ਦੇ ਹੁਕਮ ਪ੍ਰਤੀ ਸੁਚੇਤ ਹੀ ਨਾ ਹੋਵੇ
ਤਾਂ ਜੀਵਨ ਤਾਂ ਇੱਕ ਖਿਣ ਵਿੱਚ ਮੁੱਕ ਜਾਏ। ਧਰਤੀ ਤੇ ਜੀਵਾਂ ਦਾ ਇੱਕ ਖਿਣ ਵਿੱਚ ਜੀਵਨ ਸਮਾਪਤ ਹੋ ਜਾਏ ਜੇ ਧਰਤੀ ਦੀ ਗਤੀ ਰੁਕ ਜਾਏ, ਧਰਤੀ ਦੀ ਚਾਲ ਰੁਕ ਜਾਏ। ਉਹ ਦਿਨ ਰਾਤ ਉਹਦੇ ਭੈ ਵਿੱਚ, ਉਹਦੀ ਰਜਾ ਵਿੱਚ ਚੱਲ ਰਹੀ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾਤਾਰ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ ਤੇ ਸਤਿਗੁਰੂ ਜੀ ਨੇ ਆਸਾ ਕੀ ਵਾਰ ਵਿੱਚ ਬਚਨ ਕੀਤੇ ਨੇ। ਦਾਤਾਰ ਪਿਤਾ ਮਹਾਰਾਜ ਜੀ ਕਹਿੰਦੇ, ਭੈ ਵਿੱਚ ਪਵਨ ਵਹਿ ਸਦ ਵਾਉ, ਭੈ ਵਿੱਚ ਚੱਲੈ ਲਖ ਦਰਿਆਉ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਹੁਣ ਇੱਥੇ ਭੈ ਦਾ ਅਰਥ ਭਾਣਾ ਹੀ ਹੈ, ਰਜਾ ਹੈ, ਹੁਕਮ ਹੈ, ਨਿਰਮਲ ਡਰ ਹੈ ਕਿ ਇਹ ਸਾਰੀਆਂ ਚੀਜ਼ਾਂ ਉਹਨੂੰ ਸਿਮਰ ਹੀ ਰਹੀਆਂ ਨੇ, ਅਰਾਧ ਰਹੀਆਂ ਨੇ। ਉਹਦੇ ਭਾਣੇ ਵਿੱਚ, ਭੈ ਵਿੱਚ ਪਵਨ ਵਹਿ ਸਦ ਵਾਉ, ਹਵਾ ਵੀ ਉਹਦੇ ਭਾਣੇ ਵਿੱਚ ਹੀ ਹੈ, ਜਿਹੜੀ ਜੀਵਨ ਦੇ ਰਹੀ ਹੈ, ਪ੍ਰਾਣ ਦੇ ਰਹੀ ਹੈ, ਉਹ ਹਵਾ ਹੀ ਹੈ ਨਾ। ਭੈ ਵਿੱਚ ਚੱਲੈ ਲਖ ਦਰਿਆਓ, ਜੀਵਨ ਦੇ ਦਰਿਆ ਜਿਹੜੇ ਚੱਲਦੇ ਪਏ ਨੇ, ਵਗਦੇ ਪਏ ਨੇ, ਦਿਸਦੇ ਪਏ ਨੇ, ਇਹ ਉਸ ਪਰਮਾਤਮਾ ਦੀ ਰਜਾ ਵਿੱਚ ਹੀ ਨੇ। ਉਹਨੂੰ ਗਾ ਰਹੇ ਨੇ, ਉਹਨੂੰ ਜਪ ਰਹੇ ਨੇ, ਉਹਨੂੰ ਸਿਮਰ ਰਹੇ ਨੇ। ਭੈ ਵਿੱਚ ਅਗਨ ਕੱਢੈ ਵੇਗਾਰ, ਅਗਨੀ ਸਾਰੇ ਕਾਰਜ ਸੋਧ ਰਹੀ ਹੈ ਨਾ ਸਾਡੇ। ਅੱਗ ਕੀ ਕਰਦੀ? ਅੱਗ ਕਾਹਦੇ ਵਾਸਤੇ? ਅੱਗ ਸਾਡੇ ਕਾਰਜ ਸਵਾਰਦੀ ਹੈ ਨਾ, ਵਿਗਾਰਾਂ ਕੱਢਦੀ ਹੈ, ਕੰਮ ਕੱਢਦੀ ਹੈ। ਹਰ ਵਸਤੂ ਨੂੰ ਗਰਮ ਕਰਨਾ, ਨਸ਼ਟ ਕਰਨਾ, ਪਿਘਲਾ ਦੇਣਾ, ਉਹਦੇ ਵਜੂਦ ਨੂੰ ਬਦਲ ਦੇਣਾ, ਇਹ ਸਾਰਾ ਕੁਝ ਅਗਨ ਤੋਂ ਆਪਾਂ ਕੰਮ ਲੈਂਦੇ। ਤੇ ਗੁਰਦੇਵ ਜੀ ਕਹਿੰਦੇ ਜਿਹੜੇ ਕੰਮ ਕਰ ਰਹੀ ਹੈ ਅਗਨ, ਉਹ ਉਹਦੇ ਭੈ ਵਿੱਚ ਹੀ ਕਰ ਰਹੀ ਹੈ, ਉਹਦੇ ਭੈ ਵਿੱਚ ਹੈ। ਭੈ ਵਿੱਚ ਧਰਤੀ ਦੱਬੀ ਭਾਰ, ਇਹ ਧਰਤੀ ਜਿਹੜੀ ਸੰਸਾਰ ਜਗਤ ਦੇ ਭਾਰ ਹੇਠ ਦੱਬੀ ਹੋਈ ਹੈ, ਉਹਦੇ ਭਾਣੇ ਵਿੱਚ ਹੀ ਹੈ, ਉਹਦੀ ਰਜਾ ਵਿੱਚ, ਉਹਦੇ ਚੇਤੇ ਵਿੱਚ ਹੈ ਸਾਰਾ ਕੁਝ। ਮਾਲਕ ਦੀ ਰਜਾ, ਮਾਲਕ ਦਾ ਹੁਕਮ, ਇਸ ਕਰਕੇ ਉਹਨੂੰ ਅਰਾਧ ਰਹੀ ਹੈ, ਜਪ ਰਹੀ ਹੈ। ਉਹਦਾ ਜਪਣਾ ਐਸਾ ਹੀ ਹੈ। ਉਹਨੂੰ ਰੱਬ ਨੇ ਜਿਹੜੀ ਜ਼ੁਬਾਨ ਜਾਂ ਮਨ ਸਾਡੇ ਵਰਗਾ ਨਹੀਂ ਦਿੱਤਾ, ਪਰ ਉਹਦਾ ਰਜਾ ਵਿੱਚ ਤੁਰੀ ਜਾਣਾ, ਗਤੀ ਵਿੱਚ ਰਹਿਣਾ, ਇਹ ਉਹਦਾ ਸਿਮਰਨ ਕਰਨਾ। ਚੱਲਦੇ ਰਹਿਣਾ ਹੀ ਉਹਦਾ ਸਿਮਰਨ ਹੈ, ਤੁਰਦੇ ਰਹਿਣਾ ਹੀ ਉਸ ਦਾ ਸਿਮਰਨ ਹੈ, ਕਿਉਂਕਿ ਉਹਦਾ ਫਰਜ਼ ਹੈ, ਉਹਦਾ ਹੁਕਮ ਹੈ ਮਾਲਕ ਦਾ, ਉਹਦੀ ਇਹ ਡਿਊਟੀ ਹੈ। ਭੈ ਸਿਮਰੈ ਧਰਤੀ ਅਰ ਆਕਾਸ਼ਾ, ਇਹ ਆਕਾਸ਼, ਇਹ ਧਰਤੀ, ਇਹ ਉਹਦੇ ਸਿਮਰਨ ਵਿੱਚ ਨੇ। ਬਾਬਾ ਕਬੀਰ ਜੀ ਨੇ ਬਚਨ ਕੀਤੇ ਨਾ, ਓਏ ਜੋ ਦਿਸੈ ਅੰਬਰ ਤਾਰੇ, ਕਿਨ ਉਹ ਚੇਤੇ ਚੀਤਨ ਹਾਰੇ। ਜੇ ਆ ਸਾਨੂੰ ਅੰਬਰ, ਆਕਾਸ਼, ਤਾਰੇ, ਧਰਤੀ ਦਿਸਦੇ ਨੇ, ਕੋਈ ਆਖੇ ਵੀ ਕਿੰਨੇ ਬਣਾਏ ਨੇ? ਬਣਾਏ ਦੁਨੀਆ ਦੇ ਵਿੱਚ ਆਪੋ ਆਪਣੀ ਵਿਚਾਰਧਾਰਾ ਹੈ। ਧਰਮੀ ਦੀ ਸਦਾ ਹੀ ਇਹ ਵਿਚਾਰਧਾਰਾ ਰਹੀ ਹੈ ਵੀ ਇਹ ਸਾਰਾ ਕੁਝ ਪਰਮੇਸ਼ਵਰ ਦੇ ਹੁਕਮ ਵਿੱਚ ਬਣਿਆ। ਕੋਈ ਵੀ ਧਰਮ ਹੈ, ਇੱਕ ਧਰਮ ਨੇ ਨਹੀਂ ਕਿਹਾ, ਵੱਖੋ ਵੱਖਰੇ ਖਿੱਤਿਆਂ ਵਿੱਚ ਵੱਖੋ ਵੱਖਰੇ ਧਰਮ ਨੇ, ਉਹਨਾਂ ਦੀਆਂ ਮਰਿਆਦਾ, ਉਹਨਾਂ ਦੇ ਰੂਪ ਰੰਗ ਸਭ ਕੁਝ ਬਦਲੇ ਹੋਏ ਨੇ। ਪਰ ਜੇ ਕੁਝ ਨਹੀਂ ਬਦਲਿਆ, ਇਹ ਧਾਰਨਾ ਨਹੀਂ ਬਦਲਦੀ ਵੀ ਸ੍ਰਿਸ਼ਟੀ ਨੂੰ, ਦੁਨੀਆ ਨੂੰ, ਲੋਕਾਈ ਨੂੰ ਬਣਾਉਣ ਵਾਲਾ ਪਰਮੇਸ਼ਵਰ ਹੈ। ਕਿਸੇ ਨੇ ਰੱਬ ਕਹਿ ਦਿੱਤਾ, ਕਿਸੇ ਨੇ ਗੋਡ ਕਹਿ ਦਿੱਤਾ, ਕਿਸੇ ਨੇ ਅੱਲਾ ਕਹਿ ਦਿੱਤਾ, ਕਿਸੇ ਨੇ ਰਾਮ ਕਹਿ ਦਿੱਤਾ, ਕਿਸੇ ਨੇ ਵਾਹਿਗੁਰੂ ਕਹਿ ਦਿੱਤਾ। ਹੈ ਉਹ ਪਰਮ ਸ਼ਕਤੀ ਨੂੰ ਹੀ ਬਿਆਨ ਕਰਦੇ ਨੇ ਇਹ ਸਾਰੇ ਸ਼ਬਦ। ਦੁਨੀਆ ਦੀ ਇੱਕ ਵੱਖਰੀ ਫਿਲਾਸਫੀ ਹੈ ਜਿਹਨੂੰ ਸਾਇੰਸ ਕਿਹਾ ਜਾਂਦਾ ਹੈ, ਉਹ ਹੋਰ ਢੰਗ ਦੇ ਨਾਲ ਸੋਚਦੀ ਹੈ, ਵਿਚਾਰਦੀ ਹੈ, ਨਤੀਜੇ ਤੇ ਪਹੁੰਚਦੀ ਹੈ। ਪਰ ਇਸ ਨਤੀਜੇ ਤੇ ਉਹ ਵੀ ਪਹੁੰਚੀ ਹੈ ਵੀ ਇਸ ਸਾਰੇ ਦੁਨੀਆ ਦੇ ਬ੍ਰਹਿਮੰਡ ਨੂੰ ਚਲਾਉਣ ਵਾਲਾ ਕੋਈ ਇੱਕ ਨਿਸ਼ਚਲ ਹੈ, ਕੋਈ ਐਸੀ ਪਰਮ ਸ਼ਕਤੀ ਹੈ ਜੋ ਇਹਦੇ ਪਿੱਛੇ ਕਾਰਜ ਕਰ ਰਹੀ। ਉਹਨੂੰ ਨਾ ਕੋਈ ਹੋਰ ਦੇ ਦਿੱਤਾ, ਪਰ ਹੈ ਸਾਰੇ ਦੇ ਪਿੱਛੇ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੈ। ਹਰ ਧਰਮ ਨੇ ਗੱਲ ਮੰਨੀ। ਤੇ ਗੁਰੂ ਸਾਹਿਬ ਕਹਿੰਦੇ ਫਿਰ ਧਰਤੀ ਆਕਾਸ਼ ਜਿਨ੍ਹੇ ਬਣਾਏ ਨੇ ਉਹਦੇ ਭਾਣੇ ਵਿੱਚ ਹੀ ਨੇ, ਉਹਦੀ ਰਜਾ ਵਿੱਚ ਹੀ ਨੇ, ਉਹਨੂੰ ਸਿਮਰ ਰਹੇ ਨੇ, ਉਹਨੂੰ ਜਪ ਰਹੇ ਨੇ। ਸਿਮਰਹਿ ਚੰਦ ਸੂਰਜ ਗੁਣ ਤਾਸਾ,
ਗੁਣਾਂ ਦੇ ਖਜ਼ਾਨੇ ਸੂਰਜ ਤੇ ਚੰਦ, ਗੁਣਾਂ ਦੇ ਖਜ਼ਾਨੇ ਹੀ ਨੇ, ਰੋਸ਼ਨੀ ਦੇ ਰਹੇ ਨੇ, ਸੀਤਲਤਾ ਦੇ ਰਹੇ ਨੇ ਚੰਦ ਵਰਗੇ। ਜੇ ਰੋਸ਼ਨੀ ਨਾ ਹੋਵੇ, ਸੂਰਜ ਨਾ ਹੋਵੇ ਤੇ ਜੀਵਨ ਤਾਂ ਫਿਰ ਵੀ ਸਮਾਪਤ ਹੈ। ਤੇ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਮਾਨੋ ਜੇ ਦੁਨੀਆ ਨੂੰ ਇਹ ਰੋਸ਼ਨੀ ਦੇ ਰਹੇ ਨੇ, ਦੁਨੀਆ ਨੂੰ ਇਹ ਜਾਗਰਤ ਕਰ ਰਹੇ ਨੇ, ਉਜਾਲਾ ਦੇ ਰਹੇ ਨੇ, ਸਮਝੋ ਇਹਨਾਂ ਦੇ ਪਿੱਛੇ ਵੀ ਕੋਈ ਰੋਸ਼ਨੀ ਕੰਮ ਪਈ ਕਰਦੀ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੂਰਜਾਂ ਦਾ ਸੂਰਜ ਹੈ ਇਹਦੇ ਪਿੱਛੇ ਤਾਂ ਸੂਰਜ ਚਮਕ ਰਿਹਾ, ਚੰਦ ਦੇ ਪਿੱਛੇ ਚੰਦ ਹੈ ਤਾਂ ਇਹ ਚਮਕ ਰਿਹਾ, ਤਾਂ ਇਹ ਸੀਤਲਤਾ ਦੇ ਰਿਹਾ। ਇਸ ਕਰਕੇ ਇਹ ਸਿਮਰ ਰਹੇ ਨੇ। ਸਿਮਰੈ ਚੰਦ ਸੂਰਜ ਗੁਣ ਤਾਸਾ ਹੈ, ਗੁਣਾਂ ਦੇ ਖਜ਼ਾਨੇ ਨੇ, ਇਹ ਸਿਮਰਦੇ ਪਏ ਨੇ ਪਰਮੇਸ਼ਵਰ। ਪੌਣ ਪਾਣੀ ਬੈਸੰਤਰ ਸਿਮਰੈ, ਸਿਮਰੈ ਸਗਲ ਉਪਾਰਜਨਾ। ਗੁਰੂ ਸਾਹਿਬ ਕਹਿੰਦੇ ਕੀ ਧਰਤੀ, ਕੀ ਆਕਾਸ਼, ਕੀ ਚੰਦ, ਕੀ ਸੂਰਜ, ਕੀ ਪੌਣ ਤੇ ਕੀ ਪਾਣੀ। ਪੌਣ ਨਾਮ ਹਵਾ ਦਾ ਹੈ। ਕਹਿੰਦੇ ਕੀ ਹਵਾ, ਕੀ ਪਾਣੀ, ਸਿਮਰੈ ਸਗਲ ਉਪਾਰਜਨਾ। ਜੋ ਕੁਝ ਪੈਦਾ ਹੋਇਆ, ਮੁਕਾ ਦਿੱਤੀ ਗੱਲ, ਉਪਜਿਆ ਹੈ, ਜੋ ਕੁਝ ਵੀ ਉਪਜਿਆ ਹੈ ਉਹ ਸਾਰਾ ਕੁਝ ਉਹਨੂੰ ਸਿਮਰ ਹੀ ਰਿਹਾ, ਉਹਨੂੰ ਚੇਤੀ ਕਰ ਰਿਹਾ, ਉਹਦੀ ਰਜ਼ਾ ਵਿੱਚ ਹੀ ਚੱਲ ਰਿਹਾ। ਉਹਦੇ ਤੋਂ ਬਿਨਾਂ ਨਹੀਂ ਕੁਝ ਵੀ ਚੱਲ ਸਕਦਾ, ਪੈਦਾ ਹੀ ਨਹੀਂ ਹੋ ਸਕਦਾ ਉਹਦੇ ਤੋਂ ਬਿਨਾਂ। ਸੋ ਜਿਸ ਨੂੰ ਬਣਾਇਆ ਹੈ ਪਰਮਾਤਮਾ ਨੇ, ਪੈਦਾ ਕੀਤਾ ਹੈ, ਉਪਜਿਆ ਹੈ, ਜੋ ਸਮਝੋ ਉਨਾ ਚਿਰ ਹੀ ਪੈਦਾ ਹੈ, ਉਨਾ ਚਿਰ ਹੀ ਵਜੂਦ ਵਿੱਚ ਹੈ ਜਿੰਨਾ ਚਿਰ ਉਹ ਚੇਤਨ ਉਹਦੇ ਅੰਦਰ ਹੈ। ਤੇ ਚੇਤਨ ਦਾ ਹੋਣਾ ਸਮਝੋ ਉਹਨੂੰ ਸਿਮਰ ਰਿਹਾ। ਭਾਵੇਂ ਚੇਤਨ ਆਪਣੇ ਆਪ ਨੂੰ ਆਪ ਹੀ ਸਿਮਰ ਰਿਹਾ, ਪਰ ਉਹਦੇ ਕਰਕੇ ਵਜੂਦ ਹੈ। ਸਿਮਰਹਿ ਖੰਡ ਦੀਪ ਸਭ ਲੋਆ। ਸਾਰੇ ਖੰਡ, ਖੰਡ ਦਾ ਅਰਥ ਹੁੰਦਾ ਟੁਕੜੇ। ਇਹ ਬ੍ਰਹਿਮੰਡ ਟੁਕੜਿਆਂ ਵਿੱਚ ਵੰਡਿਆ ਹੋਇਆ। ਪਾਤਾਲ, ਦੀਪ, ਵੱਖੋ ਵੱਖਰੀਆਂ ਧਰਤੀਆਂ, ਵੱਖੋ ਵੱਖਰੇ ਲੋਕ, ਸਾਰੇ ਉਸ ਵਾਹਿਗੁਰੂ ਪਰਮਾਤਮਾ ਨੂੰ ਸਿਮਰ ਰਹੇ ਨੇ। ਸਿਮਰਹਿ ਪਾਤਾਲ ਪੁਰੀਆ ਸੱਚ ਸੂਆ। ਸਾਰੀਆਂ ਪੁਰੀਆਂ ਨਗਰ ਮੰਨੇ ਗਏ ਨੇ, ਸਾਰੇ ਲੁਕਾਈ, ਸਾਰੇ ਪਾਤਾਲ ਉਹਨੂੰ ਸਿਮਰ ਰਹੇ। ਸਿਮਰਹਿ ਖਾਣੀ, ਸਿਮਰਹਿ ਬਾਣੀ। ਖਾਣੀ ਦਾ ਅਰਥ ਹੈ ਜਿਨ੍ਹਾਂ ਰਾਹੀਂ ਜਗਤ ਪ੍ਰਗਟ ਹੋ ਰਿਹਾ, ਉਹ ਖਾਨਾ, ਉਹ ਖਾਣਾ ਜਿਨ੍ਹਾਂ ਰਾਹੀਂ ਜਗਤ ਪ੍ਰਗਟ ਹੋਇਆ। ਚਾਰ ਤਰ੍ਹਾਂ ਦੀਆਂ ਨੇ, ਅੰਡਜ, ਜੇਰਜ, ਸੇਤਜ, ਉਤਪੁਜ। ਜਿੰਨੇ ਵੀ ਸ੍ਰਿਸ਼ਟੀ ਵਿੱਚ ਜੀਵ ਇਹਨਾਂ ਖਾਣੀਆਂ ਰਾਹੀਂ ਪੈਦਾ ਹੋ ਰਹੇ ਨੇ, ਮ੍ਰਿਗ, ਮੀਨ, ਭ੍ਰਿੰਗ, ਪਤੰਗ, ਇਹ ਸਾਰੇ ਉਹਨੂੰ ਸਿਮਰਦੇ। ਜਿਉ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਉਹ ਹਰੀ ਤੋਂ ਬਿਨਾ ਕੁਝ ਹੋਰ ਨਹੀਂ ਬੋਲਦੇ। ਗੁਰਦੇਵ ਪਿਤਾ ਮਹਾਰਾਜ ਨੇ ਕਿਹਾ ਜੋ ਹਨ ਜੀਵ ਜੰਤੂ, ਫਰੀਦਾ ਬਲਿਹਾਰੀ ਤਿੰਨਾ ਪੰਖੀਆਂ, ਜੰਗਲ ਜਿੰਨਾ ਵਾਸ। ਬਾਬਾ ਫਰੀਦ ਜੀ ਕਹਿੰਦੇ ਮੈਂ ਉਹਨਾਂ ਪੰਖੀਆਂ ਤੋਂ, ਪੰਛੀਆਂ ਤੋਂ ਬਲਿਹਾਰੇ ਜਾਣਾ ਜਿਹੜੇ ਵਿਚਾਰੇ ਜੰਗਲ ਵਿੱਚ ਰਹਿੰਦੇ ਨੇ, ਕੰਕਰ ਚੁਗਦੇ ਨੇ, ਨਿੱਕੇ ਨਿੱਕੇ ਦਾਣੇ ਚੁਗਦੇ ਨੇ, ਪਰ ਰੱਬ ਨਾ ਛੋਡਣ ਪਾਸ, ਪਰਮਾਤਮਾ ਨੂੰ ਫਿਰ ਵੀ ਸਿਮਰਦੇ ਨੇ, ਆਰਾਧਦੇ ਨੇ। ਉਹਨਾਂ ਦੇ ਬੋਲਾਂ ਵਿੱਚੋਂ ਵੀ ਰੱਬ ਦੇ ਸੁਣੀਦਾ ਹੈ ਬਾਬਾ ਜੀ। ਜੋ ਉਹ ਬੋਲ ਰਹੇ ਨੇ, ਉਹਨਾਂ ਦੀ ਬੋਲੀ, ਉਹਨਾਂ ਦੀਆਂ ਕੂਕਾਂ, ਉਹਨਾਂ ਦੀਆਂ ਆਵਾਜ਼ਾਂ, ਉਹ ਪਰਮੇਸ਼ਵਰ ਦਾ ਸਿਮਰਨ ਹੀ ਹੈ, ਉਹ ਵਾਹਿਗੁਰੂ ਦੀ ਕੀਰਤੀ ਹੋਈ ਹੈ। ਬਸ ਉਹੋ ਜੀ ਸਰੋਤ ਚਾਹੀਦੀ ਹੈ ਬੰਦੇ ਦੀ। ਸਿਮਰੈ ਬ੍ਰਹਮੇ ਵਿਸ਼ਨ ਮਹੇਸਾ, ਸਿਮਰੈ ਦੇਵਤੇ ਕੋਟ 33। ਕਹਿੰਦੇ ਕੀ ਦੇਵਤੇ, ਭਾਵੇਂ ਉਹ ਵੱਡੇ ਦੇਵਤੇ ਹੋਣ, ਬ੍ਰਹਮਾ ਵਿਸ਼ਨ ਮਹੇਸ਼ 3 ਦੇਵਤੇ, ਤੇ ਭਾਵੇਂ ਛੋਟੇ ਛੋਟੇ 33 ਕਰੋੜ ਮੰਨੇ ਗਏ, ਕਹਿੰਦੇ ਸਾਰੇ ਹੀ ਉਸ ਪਰਮਾਤਮਾ ਨੂੰ ਸਿਮਰ ਰਹੇ ਨੇ, ਆਰਾਧ ਰਹੇ ਨੇ। ਸਿਮਰੈ ਜਖ ਦੈਤ ਸਭ ਸਿਮਰੈ, ਅਗਣਤ ਨਾ ਜਾਈ ਜਸ ਗਣ। ਜਖ ਇਹ ਵੀ ਦੇਵਤੇ ਹੀ ਹੁੰਦੇ ਨੇ, ਕਿਸਮ ਦੇ ਦੇਵਤੇ, ਦੇਵਤਿਆਂ ਵਿੱਚ ਵੀ ਕਿਸਮ ਹੈ। ਕਹਿੰਦੇ ਨਰ, ਮਨੁੱਖ, ਦੇਵਤੇ, ਜਖ, ਕਿੰਨਰ, ਪਿਸਾਚ, ਦੈਂਤ, ਰਾਖਸ਼ ਉਸ ਨੂੰ ਸਿਮਰ ਰਹੇ ਨੇ, ਆਰਾਧ ਰਹੇ ਨੇ। ਸਿਮਰੈ ਪਸ ਪੰਖੀ ਸਭ ਭੂਤਾ। ਸਾਰੇ ਸਰੀਰ ਧਾਰੀ, ਸਾਰੇ ਪਸ਼ੂ ਪੰਛੀ ਜਿਨ੍ਹਾਂ ਨੂੰ ਰੱਬ ਨੇ ਇਹ ਪੰਜ ਭੂਤਕ ਸਰੀਰ ਦਿੱਤਾ ਹੈ, ਜਿਨ੍ਹਾਂ ਨੂੰ ਰੱਬ ਨੇ ਇਹ ਪੰਜ ਭੂਤਕ ਸਰੀਰ ਦਿੱਤਾ ਹੈ, ਕਾਇਆ ਦਿੱਤੀ ਹੈ,
ਉਹ ਸਾਰੇ ਉਸ ਮਾਲਕ ਨੂੰ ਸਿਮਰ ਰਹੇ ਨੇ, ਆਰਾਧ ਰਹੇ ਨੇ, ਜਪ ਰਹੇ ਨੇ। ਸਿਮਰਹਿ ਬਨ ਪਰਬਤ ਅਵਧੂਤਾ, ਬਨ ਵੀ ਸਿਮਰ ਰਹੇ ਨੇ, ਪਰਬਤ ਵੀ ਸਿਮਰ ਰਹੇ ਨੇ। ਅਵਧੂਤਾ ਦਾ ਅਰਥ ਹੈ ਉਹ ਰੱਬ ਦੇ ਪਿਆਰ ਵਿੱਚ ਨਿਰੋਲ ਸੰਨਿਆਸੀ ਮਹਾਤਮਾ ਸਾਧੂ ਬਣੇ ਹੋਏ, ਉਹ ਵੀ ਉਸ ਵਾਹਿਗੁਰੂ ਪਰਮਾਤਮਾ ਨੂੰ ਸਿਮਰ ਰਹੇ ਨੇ, ਆਰਾਧ ਰਹੇ। ਹਰ ਕੋਈ ਤੇਰੇ ਨਾਂ ਨਾਲ ਜੁੜਿਆ ਹੋਇਆ ਪਰਮਾਤਮਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਵੀ ਹਰ ਕੋਈ ਹੀ ਲਤਾ ਬਲੀ ਸਾਖ ਸਭ ਸਿਮਰੈ। ਵਨਸਪਤੀ ਦੀ ਗੱਲ ਕਰਦੇ, ਕਹਿੰਦੇ ਕੀ ਲਤਾ ਟਾਹਣੀਆਂ, ਬਲੀ ਦਾ ਭਾਵ ਹੈ ਜਿਹੜੇ ਬਾਲੀਆਂ ਨਿੱਕੀਆਂ ਨਿੱਕੀਆਂ ਰੁੱਖਾਂ ਦੇ ਨਾਲ ਲੱਗਦੀਆਂ ਨੇ, ਵੇਲਾਂ। ਕਹਿੰਦੇ ਕੀ ਲਤਾ ਵੇਲ, ਕੀ ਬਲੀ ਵੇਲ, ਸਾਖ ਸਾਖਾਂ ਉਹਦੀਆਂ ਅੱਗੋਂ ਪ੍ਰਗਟ ਹੁੰਦੀਆਂ ਨੇ, ਰੁੱਖਾਂ ਦੀਆਂ ਸਾਖਾਵਾਂ, ਟਾਹਣੀਆਂ, ਪੱਤੇ। ਲਤਾ ਬਲੀ ਸਾਖ ਸਭ ਸਿਮਰੈ, ਸਾਰੀ ਹੀ ਪਰਮਾਤਮਾ ਤੈਨੂੰ ਸਿਮਰ ਰਹੇ ਨੇ, ਤੈਨੂੰ ਆਰਾਧ ਰਹੇ ਨੇ, ਤੈਨੂੰ ਜਪ ਰਹੇ ਨੇ। ਰਵ ਰਿਹਾ ਸੁਆਮੀ ਸਭ ਮਨਾ। ਇੱਥੇ ਇਹ ਪੰਕਤੀ ਨੂੰ ਸਮਝ ਕੇ ਸਮਝ ਲੱਗਦੀ ਵੀ ਕਿਵੇਂ ਸਾਰੇ ਸਿਮਰ ਰਹੇ ਨੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਰਵ ਰਹਿਆ ਸੁਆਮੀ ਸਭ ਮਨਾ। ਸਾਰਿਆਂ ਦੇ ਵਿੱਚ ਉਹ ਪਰਮਾਤਮਾ ਆਪ ਰਵਿਆ ਹੋਇਆ, ਆਪ ਬੈਠਾ ਹੋਇਆ ਹੈ। ਤੇ ਜਿਹੜਾ ਆਪ ਅੰਦਰ ਬੈਠਾ ਹੋਇਆ ਉਹ ਆਪਣੇ ਆਪ ਨੂੰ ਹੀ ਸਿਮਰ ਰਿਹਾ, ਆਪਣੇ ਆਪ ਨੂੰ ਹੀ ਚੇਤੇ ਕਰ ਰਿਹਾ, ਆਪਣੇ ਆਪ ਨੂੰ ਹੀ ਆਰਾਧ ਰਿਹਾ ਹੈ। ਜਿਹੜਾ ਅੰਦਰ ਬੈਠਾ ਹੋਇਆ ਉਹ ਧਰਤੀ ਵਿੱਚ ਵੀ ਬੈਠਾ ਹੈ, ਉਹ ਆਕਾਸ਼ ਵਿੱਚ ਵੀ ਹੈ, ਉਹ ਪੱਤਿਆਂ ਵਿੱਚ ਵੀ, ਉਹ ਚੰਦ ਸੂਰਜ ਵਿੱਚ ਵੀ ਹੈ, ਪੌਣ ਪਾਣੀ ਹਵਾ ਵਿੱਚ ਵੀ ਹੈ, ਉਹ ਹਰ ਥਾਂ 'ਤੇ ਹੈ। ਉਹ ਆਪਣੇ ਆਪ ਨੂੰ ਸਿਮਰ ਰਿਹਾ ਹੈ। ਜੇ ਜੋ ਵੀ ਉਪਜਿਆ ਹੈ ਉਹਨੇ ਪੈਦਾ ਕੀਤਾ ਤੇ ਚੇਤਨ ਨੇ ਆਪਣੀ ਚੇਤਨਤਾ, ਆਪਣੀ ਚੇਤਨ ਸ਼ਕਤੀ ਉਹਦੇ ਵਿੱਚ ਰੱਖੀ ਹੋਈ ਹੈ, ਹਰ ਭੂਤ ਵਿੱਚ, ਹਰ ਸਰੀਰ ਵਿੱਚ। ਤੇ ਇਸ ਕਰਕੇ ਉਹ ਆਪਣੇ ਆਪ ਨੂੰ ਮੂਲ ਨੂੰ ਹੀ ਚੇਤੇ ਕਰ ਰਿਹਾ ਹੈ, ਮੂਲ ਆਪਣੇ ਮੂਲ ਨੂੰ ਹੀ ਆਰਾਧ ਰਿਹਾ ਹੈ, ਜਪ ਰਿਹਾ ਹੈ। ਸੋ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਤਾਰ ਪਿਤਾ ਮਹਾਰਾਜ ਜੀ ਨੇ ਇਹਨਾਂ ਪਾਵਨ ਪਵਿੱਤਰ 4 ਪਦਿਆਂ ਵਿੱਚ, ਅਗਲੇ ਪਦਿਆਂ ਵਿੱਚ ਵੀ ਇਹੀ ਪ੍ਰਸੰਗ ਹੈ, ਇਹੀ ਪ੍ਰਕਰਨ ਹੈ ਕਿ ਹੋਰ ਕੌਣ ਕੌਣ ਪਰਮਾਤਮਾ ਨੂੰ, ਵਾਹਿਗੁਰੂ ਨੂੰ ਸਿਮਰਦੇ ਨੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਸਦਕਾ ਸ਼ਬਦ ਦੀ ਅਗਲੇ ਪਦਿਆਂ ਦੀ ਵਿਚਾਰ ਕੱਲ੍ਹ ਕਰਾਂਗੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਅੱਜ ਇਹੀ ਰਹਿਮਤ ਕਿਰਪਾਲਤਾ ਕੀਤੀ ਹੈ ਕਿ ਜੋ ਵੀ ਜੰਤ ਜੀਵ ਨਜ਼ਰਾਂ ਨਾਲ ਦਿਸਦੇ ਨੇ, ਸੁਣੀਦੇ ਨੇ, ਮਹਿਸੂਸ ਕਰੀਦੇ ਨੇ, ਉਹ ਸਾਰੇ ਹੀ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਵਿੱਚ ਜੁੜੇ ਹੋਏ ਨੇ। ਜਿਨ੍ਹਾਂ ਦੇ ਮਨ ਵਿੱਚ ਰਵਿਆ ਹੋਇਆ ਹੈ ਉਹ ਸਾਰੇ ਉਸ ਨੂੰ ਆਰਾਧ ਰਹੇ ਨੇ। ਗੁਰੂ ਕਿਰਪਾ ਕਰੇ ਸਾਨੂੰ ਵੀ ਆਪਣੇ ਦਰੋਂ ਕਰੋ ਨਾਮ ਦੀ ਦਾਤ, ਗੁਰਸਿੱਖੀ ਵਾਲਾ ਜੀਵਨ ਬਖਸ਼ ਕੇ ਨਿਵਾਜੇ ਜੀ।